ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12ਵੀਂ ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ ਤੀਜਾ ਲੈਸਨ ਪਰਸਨੈਲਿਟੀ ਡਿਵੈਲਪਮੈਂਟ ਯਾਨੀ ਕਿ ਸ਼ਖਸੀਅਤ ਦਾ ਵਿਕਾਸ ਕਰਨਾ। ਕੀ ਪੜਾਂਗੇ, ਕੀ ਉਦੇਸ਼ ਹੈਗੇ ਨੇ ਇਸ ਚੈਪਟਰ ਦੇ। ਅੰਡਰਸਟੈਂਡਿੰਗ ਡਿਫਰੈਂਟ ਐਸਪੈਕਟਸ ਆਫ ਹਿਊਮਨ ਪਰਸਨੈਲਿਟੀ ਐਂਡ ਇੰਪਰੂਵਿੰਗ them। ਮਨੁੱਖੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਆਪਾਂ ਸਮਝਾਂਗੇ ਤੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। Learning ways to change negative aspects of one's personality into positive ones। ਜੇ ਕਿਸੇ ਮਨੁੱਖ ਦੇ ਵਿੱਚ ਜਿਹੜੀ ਸ਼ਖਸੀਅਤ ਹੈਗੀ ਹੈ ਉਹ ਵਧੀਆ ਤਰੀਕੇ ਨਾਲ ਨਹੀਂ ਉਭਰੀ, ਉਹਦੇ ਵਿੱਚ ਨੈਗੇਟਿਵ ਜ਼ਿਆਦਾ ਫੈਕਟਰ ਹੈਗੇ ਨੇ, ਤਾਂ ਆਪਾਂ ਉਹਨੂੰ ਪੋਜ਼ਿਟਿਵ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਥਰਡ, personality development as an aggregate of physical, mental, intellectual and spiritual growth। यानी कि ਜਿਹੜੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ ਉਹ ਸਰੀਰਕ, ਮਾਨਸਿਕ, ਬੁੱਧਿਕ ਲੈਵਲ ਤੇ ਕੁੱਲ ਪੂਰੀ ਦੀ ਪੂਰੀ ਜਿਹੜੀ ਸਾਡੇ ਸਰੀਰ ਦੀ ਗਰੋਥ ਹੁੰਦੀ ਹੈ ਸਪਿਰਿਚੁਅਲ ਲੈਵਲ ਤੇ ਵੀ, ਯਾਨੀ ਅਧਿਆਤਮਿਕ ਲੈਵਲ ਤੇ ਵੀ ਜਿਹੜੀ ਗਰੋਥ ਹੁੰਦੀ ਹੈ ਉਹਨੂੰ ਆਪਾਂ ਪੜਾਂਗੇ। ਇਸ ਦੇ ਵਿੱਚ ਉਹੀ ਸਾਰਾ ਕੁਝ ਮਿਲ ਜੁਲ ਕੇ ਸਾਡੀ ਸ਼ਖਸੀਅਤ ਬਣਾਉਂਦਾ ਹੈ। Personality development can be defined as the process of building up, developing and enhancing one's personality। personality ਦੀ development ਹੋਣਾ, ਸ਼ਖਸੀਅਤ ਦਾ ਵਿਕਾਸ ਹੋਣਾ, ਉਹਦੇ ਵਿੱਚ ਕੀ ਆਉਂਦਾ ਹੈ? ਇਹ ਇੱਕ ਪ੍ਰੋਸੈਸ ਹੈਗਾ, ਇੱਕ ਜ਼ਰੀਆ ਹੈ ਜਿਹਦੇ ਵਿੱਚ ਆਪਾਂ ਵਧਦੇ ਹੈਗੇ ਆ, ਬਣਾਉਂਦੇ ਆ ਆਪਣੇ ਆਪ ਨੂੰ, ਆਪਣੇ ਸਰੀਰ ਨੂੰ, ਆਪਣੀ ਸ਼ਖਸੀਅਤ ਨੂੰ, ਅੱਗੇ ਵਧਦੇ ਆ, ਡਿਵੈਲਪ ਕਰਨਾ। ਯਾਨੀ ਸਿਰਫ ਔਰ ਸਿਰਫ ਹੈਲਥ ਵਾਈਜ਼ ਨਹੀਂ ਆਪਾਂ ਵੱਡੇ ਹੁੰਦੇ ਜਾਂ ਚੌੜੇ ਹੁੰਦੇ, ਪਰ ਮਾਨਸਿਕ ਤੌਰ ਤੇ ਵੀ ਆਪਾਂ ਡਿਵੈਲਪ ਕਰਦੇ ਹਾਂ। ਐਂਡ ਇਨਹੈਂਸਿੰਗ ਵਨਸ ਪਰਸਨੈਲਿਟੀ ਤੇ ਆਪਣੀ ਸ਼ਖਸੀਅਤ ਨੂੰ ਹੋਰ ਉਭਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਰਸਨੈਲਿਟੀ ਇਜ਼ ਦੀ ਐਗਰੀਗੇਟ ਔਰ conglomeration of memories and incidents in an individual's entire lifespan। ਹੁਣ ਸ਼ਖਸੀਅਤ ਹੁੰਦੀ ਕੀ ਹੈ? ਇੱਕ ਵਿਅਕਤੀ ਦੇ ਪੂਰੇ ਜੀਵਨ ਕਾਲ ਦੇ ਵਿੱਚ ਕਿੰਨੀਆਂ ਯਾਦਾਂ ਨੇ, ਕਿੰਨੀਆਂ ਘਟਨਾਵਾਂ ਨੇ, ਉਹਨਾਂ ਨੂੰ ਆਪਾਂ ਇਕੱਠਾ ਕਰ ਲੈਂਦੇ ਹਾਂ ਤੇ ਉਹ ਕੁੱਲ ਮਿਲ ਕੇ ਇੱਕ ਇਨਸਾਨ ਦੀ ਪਰਸਨੈਲਿਟੀ, ਸ਼ਖਸੀਅਤ ਬਣਾਉਂਦੀਆਂ ਨੇ। Psychophysical and socio-cultural factors, family background, financial conditions, genetic factors, situations and circumstances also contribute to an individual's personality। ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਸਾਈਕੋਫਿਜ਼ੀਕਲ ਹੈ, ਦਿਮਾਗੀ ਤੌਰ ਤੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਸੁਸਾਇਟੀ ਦੇ ਉੱਤੇ ਜਿਹੜਾ ਕਲਚਰਲ ਇਫੈਕਟ ਹੁੰਦਾ, ਯਾਨੀ ਆਪਾਂ ਇਹ ਕਹਿ ਸਕਦੇ ਹਾਂ ਸਮਾਜਿਕ, ਸੱਭਿਆਚਾਰਿਕ ਜਿਹੜੇ ਕਾਰਨ ਹੈਗੇ ਨੇ, ਫੈਮਿਲੀ ਬੈਕਗਰਾਉਂਡ, ਪਰਿਵਾਰ ਦਾ ਪਿਛੋਕੜ ਕਿਹੋ ਜਿਹਾ ਹੈ, ਫਾਈਨੈਂਸ਼ੀਅਲ ਕੰਡੀਸ਼ਨਸ, ਪੈਸੇ ਦੀ ਸਥਿਤੀ ਕਿਹੋ ਜਿਹੀ ਹੈਗੀ ਹੈ, ਜੈਨੇਟਿਕ ਫੈਕਟਰਸ, ਮਾਂ-ਬਾਪ ਤੋਂ ਸਾਨੂੰ ਕੀ ਮਿਲਿਆ ਹੈਗਾ, ਜੀਨਸ ਦੇ ਵਿੱਚ, ਸਿਚੁਏਸ਼ਨਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਥਿਤੀਆਂ ਹੋ ਗਈ, ਐਂਡ ਸਰਕਮਸਟਾਂਸਿਸ, ਹਾਲਾਤ, ਉਹ ਸਾਰੇ ਜਿਹੜੇ ਹੈਗੇ ਨੇ ਉਹ ਕੁੱਲ ਮਿਲ ਕੇ ਇੱਕ ਇਨਸਾਨ ਦੀ ਸ਼ਖਸੀਅਤ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਜੇਕਰ ਆਪਾਂ ਕਹੀਏ ਕੋਈ ਇਨਸਾਨ ਬਹੁਤ ਚਿੜਚਿੜਾ ਹੈਗਾ ਤਾਂ ਉਹਦਾ ਕਾਰਨ ਇਹ ਹੋ ਸਕਦਾ ਹੈ ਵੀ ਉਹਨੂੰ ਚਿੜਾਇਆ ਗਿਆ ਬਚਪਨ ਦੇ ਵਿੱਚ, ਉਹਨੂੰ ਕਿਸੇ ਚੀਜ਼ ਦੀ ਤੰਗੀ ਹੋ ਸਕਦੀ ਸੀ ਜਿਹਦੇ ਕਰਕੇ ਉਹਦਾ ਜਿਹੜਾ ਵਰਤਾਵ ਹੈਗਾ ਉਹ ਇਹੋ ਜਿਹਾ ਬਣ ਗਿਆ। How we behave in our society reflects our personality। ਅਸੀਂ ਆਪਣੇ ਸਮਾਜ ਵਿੱਚ ਕਿਸ ਤਰੀਕੇ ਦਾ ਵਿਵਹਾਰ ਕਰਦੇ ਹਾਂ ਇਹ ਸਾਡੀ ਸ਼ਖਸੀਅਤ ਦਰਸਾਉਂਦਾ ਵੀ ਅਸੀਂ ਕਿਹੇ ਜਿਹੇ ਹੈਗੇ ਹਾਂ। Personality development helps an individual to gain confidence, generate high self-esteem and develop a positive attitude। ਸ਼ਖਸੀਅਤ ਦਾ ਜਦ ਵਿਕਾਸ ਹੁੰਦਾ ਹੈ ਤਾਂ ਇਹ ਇੱਕ ਵਿਅਕਤੀ ਦੇ ਵਿੱਚ ਆਤਮ ਵਿਸ਼ਵਾਸ ਨੂੰ ਉਭਾਰਦਾ ਹੈ, ਬਾਹਰ ਲੈ ਕੇ ਆਉਂਦਾ ਹੈ, ਆਪਣੇ ਉੱਤੇ ਇਨਸਾਨ ਨੂੰ ਸਵੈ ਮਾਣ ਪੈਦਾ ਕਰਦਾ ਹੈ ਤੇ ਇੱਕ ਆਪਾਂ ਕਹਿ ਸਕਦੇ ਹਾਂ ਸਕਾਰਾਤਮਕ ਜਿਹੜਾ ਤਰੀਕਾ ਹੈਗਾ ਉਹਦੇ ਵਿੱਚ ਇੱਕ ਪੋਜ਼ਿਟਿਵ ਐਟੀਟਿਊਡ ਲੈ ਕੇ ਆਉਂਦਾ ਹੈ ਬੰਦੇ ਦੇ ਵਿੱਚ, ਵੀ ਉਹ ਵਧੀਆ ਹੀ ਸੋਚਦਾ ਹੈ। Personality development includes physical, mental, intellectual and spiritual growth put together। ਤੇ ਇੱਕ ਇਨਸਾਨ ਦਾ ਜਿਹੜਾ ਵਿਕਾਸ ਹੈਗਾ, ਸ਼ਖਸੀਅਤ ਜਿਹੜੀ ਹੈਗੀ ਉਹ ਬਹੁਤ ਸਾਰੇ ਕਾਰਨ ਜਿਹੜੇ ਹੈਗੇ ਨੇ ਕੁੱਲ ਮਿਲਾ ਕੇ ਉਹਨੂੰ ਬਣਾਉਂਦੇ ਨੇ। ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਸਰੀਰਿਕ, ਦਿਮਾਗੀ, ਕਿੰਨੀ ਉਹਦੇ 'ਚ ਇੰਟੈਲੀਜੈਂਸ ਹੈਗੀ ਹੈ, ਤੇ ਨਾਲ ਦੀ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਅਧਿਆਤਮਿਕ ਜਿਹੜਾ ਚੀਜ਼ ਹੁੰਦੀ ਹੈ ਉਹ ਵੀ ਰੱਬ ਨਾਲ ਕਿੰਨਾ ਸੰਬੰਧ ਹੈਗਾ ਉਹ ਵੀ ਕੰਟਰੀਬਿਊਟ ਕਰਦਾ ਹੈ।
ਇੱਥੇ ਇੱਕ ਐਕਟੀਵਿਟੀ ਦਿੱਤੀ ਹੋਈ ਹੈ। ਇਨ ਦਿਸ ਐਕਟੀਵਿਟੀ ਅ ਚਾਰਟ ਇਜ਼ ਗਿਵਨ। ਇਹਦੇ ਵਿੱਚ ਇੱਕ ਚਾਰਟ ਦਿੱਤਾ ਹੋਇਆ ਹੈ। ਦ ਸਟੂਡੈਂਟ ਹੈਜ਼ ਟੂ ਫਿਲ ਆਲ ਇਟਸ ਕਾਲਮਸ ਓਨੈਸਟਲੀ। ਤੁਸੀਂ ਇਹਨਾਂ ਦੇ ਸਾਰੇ ਜਿਹੜੇ ਕਾਲਮ ਹੈਗੇ ਨੇ ਉਹਨਾਂ ਨੂੰ ਬੜੀ ਇਮਾਨਦਾਰੀ ਨਾਲ ਭਰਨਾ ਹੈ। ਇਹ ਨਹੀਂ ਕਰਨਾ ਵੀ ਮੈਂ ਜਿਹੜਾ ਕਾਲਮ ਭਰਿਆ ਉਹ ਤੁਸੀਂ ਆਪਣਾ ਭਰ ਦੋਗੇ। ਹੁਣ ਇੱਥੇ ਕਈ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਕਾਲਮਸ ਤੋਂ ਕੀ ਮਤਲਬ ਹੁੰਦਾ ਤੇ ਰੋਜ਼ ਦਾ ਕੀ ਮਤਲਬ ਹੁੰਦਾ। ਦੇਖੋ ਕਾਲਮ ਦਾ ਮਤਲਬ ਹੁੰਦਾ ਐਵੇਂ ਕਰਕੇ ਜੋ ਚੀਜ਼ ਹੁੰਦੀ ਹੈ, ਇਹ ਇੱਕ ਕਾਲਮ ਹੈਗਾ, ਠੀਕ ਹੈ। ਉਵੇਂ ਹੀ ਇਹ ਇੱਕ ਕਾਲਮ ਹੈਗਾ, ਇਹ ਇੱਕ ਕਾਲਮ ਹੈਗਾ, ਵਿੱਚ ਨੂੰ ਇਹ ਵੀ ਇੱਕ ਕਾਲਮ ਹੈਗਾ। ਤੇ ਜੇ ਆਪਾਂ ਗੱਲ ਕਰੀਏ ਰੋਜ਼ ਦੀ ਤਾਂ ਰੋਜ਼ ਸਮਝ ਲਿਓ ਇਹ ਇੱਕ ਰੋ ਹੈਗੀ ਹੈ, ਠੀਕ ਹੈ, ਇਹ ਇੱਕ ਰੋ ਹੈਗੀ ਹੈ। ਤਾਂ ਇਹ ਫਰਕ ਹੁੰਦਾ ਰੋਜ਼ ਤੇ ਕਾਲਮਸ ਦੇ ਵਿੱਚ। ਚਲੋ ਸ਼ੁਰੂ ਕਰਦੇ ਹਾਂ। ਇੱਥੇ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਪਹਿਲਾ ਹੈਗਾ ਆਈ ਡੂ ਈਚ ਜੌਬ ਥॉटफुली। मैं जो भी काम करदा या मैं करदी हाँ मैं अपना दिमाग ला के सोच विचार के फिर करदी हाँ। स्ट्रोंगली डिसएग्री, बिल्कुल नहीं ऐदा करती। डिसएग्री हाँ ठीक है नहीं करती। नीदर अग्री नॉर डिसएग्री, ना तो मैं इस दे हक विच हाँ ना ही इहदे अगेंस्ट हैगी हाँ। अग्री बिल्कुल ऐदा करदी हाँ, स्ट्रोंगली अग्री बिल्कुल करना ही ऐदा है मैं, ते मैं करदी भी ऐदा। ਤੇ ਹਾਂਜੀ ਮੈਂ ਹਰ ਚੀਜ਼ ਨੂੰ ਬੜਾ ਸੋਚ ਸਮਝ ਕੇ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਕਈ ਵਾਰ ਦਿਮਾਗ ਨਹੀਂ ਵੀ ਲੱਗਦਾ ਤਾਂ ਐਸੇ ਕਰਕੇ ਮੈਂ ਸਟਰੋਂਗਲੀ ਅਗਰੀ ਨਹੀਂ ਲਿਖਿਆ, ਇਮਾਨਦਾਰੀ ਨਾਲ ਭਰਿਆ। ਆਈ ਡਿਸਟੈਂਸ ਮਾਈਸੈਲਫ ਫਰੋਮ ਅਦਰਸ, ਮੈਂ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਦੀ ਹਾਂ। ਦੇਖੋ ਇਹੋ ਜੀ ਕੋਈ ਗੱਲ ਨਹੀਂ ਹੈ, ਮੈਂ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਨਹੀਂ ਕਰਦੀ, ਘੁਲ ਮਿਲ ਕੇ ਰਹਿੰਦੀ ਹਾਂ। ਤਾਂ ਮੈਂ ਇਹ ਕਹਾਂਗੀ ਕਿ ਸਟਰੋਂਗਲੀ ਡਿਸਐਗਰੀ। ਆਈ ਕੀਪ ਮਾਈ ਪ੍ਰੋਮਿਸਿਸ, ਜੇ ਮੈਂ ਕੋਈ ਵਾਅਦਾ ਕਰਦਾ ਤਾਂ ਮੈਂ ਉਹ ਪੂਰਾ ਕਰਦੀ ਹਾਂ, ਬਿਲकुल ये तो पक्की गल है। आई वेस्ट टाइम, मैं समय बर्बाद करदी हाँ, कदे भी नहीं, कोशिश तो यही हुंदी है। आई इंजॉइंग हेल्पिंग अदर्स, मैं दूजियां दी मदद करके मैनू मजा आंदा है, बिल्कुल। आई एम अनकोपरेटिव, यानी जे कोई मेरे तो मदद मंगे तो मैं उन्हां दी मदद नहीं करदी या असहयोग आपां कह सकदे हां करदी हां, ते इदां दी तां वैसे मैं है नहीं। आई मेक रैश डिसीजनस, यानी मैं बहुत काली विच फैसले लैंदी हाँ, बिल्कुल भी नहीं इत्थे आएगा। स्ट्रोंगली डिसएग्री, मैं इहदे च नहीं मानदी कि मैं इह करदी हाँ। अगे आई मेक फ्रेंड्स ईजिली, मैं छेती दोस्त बना लैंदी हाँ, बिल्कुल। आई ब्रेक रूल्स, मैं जेड़े नियम हुंदे ने उन्हां दी पालन नहीं करदी, उन्हां नूं मनदी नहीं। आई डोंट बॉदर अबाउट अदर्स फीलिंग्स, दूजे उन्हां दी फीलिंग्स की हैगियां ने या दूजियां दी भावनावां की हैगियां ने उन्हां दी मैं कोई परवाह नहीं करदी, ये भी मैं डिसएग्री करदी हां, मैं करदी हां उन्हां दी कदर। आई एम वेरी इमेजिनेटिव, यानी मैं बहुत कल्पना करती रहनी है। देखो इहदे विच ना तो मैं हाँ कहांगी ना मैं ना कहांगी, क्योंकि कई गल्लां विच मैं कल्पना करदी हां भी काश मैं इह कर सकदी। कई बार मैं करदी हां आए इह इदां हो जांदा, ਤਾਂ ਕਈ ਵਾਰ ਬੰਦਾ ਸੋਚ ਹੀ ਲੈਂਦਾ ਤੇ ਮੈਂ ਉਹ ਲਿਖਿਆ ਕਿ ਨਾ ਹਾਂ ਚ ਨਾ ਨਾ ਚ। ਆਈ ਫਾਈਂਡ ਇਟ ਡਿਫਿਕਲਟ ਟੂ ਅਪਰੋਚ ਅਦਰਸ, ਜੇ ਮੈਨੂੰ ਕਿਸੇ ਦੀ ਮਦਦ ਦੀ ਲੋੜ ਹੋਏ, ਕੋਈ ਕੰਮ ਹੋਏ ਤਾਂ ਮੈਂ ਥੋੜਾ ਝਿਜਕਦੀ ਹਾਂ ਦੂਜਿਆਂ ਕੋਲ ਜਾਣ ਦੇ ਵਿੱਚ, ਤੇ ਮੈਂ ਕਹਾਂਗੀ ਕਿ ਐਦਾਂ ਦੀ ਕੋਈ ਗੱਲ ਹੈ ਨਹੀਂ ਤਾਂ ਮੈਂ ਡਿਸਐਗਰੀ ਹੀ ਕਰਾਂਗੀ, ਮੈਂ ਮੰਗ ਲੈਂਦੀ ਹਾਂ ਮਦਦ। आई एम सिंपैथेटिक टूवर्ड्स दी होमलैस, जेड़े बेघर हुंदे ने जिन्हां कोल घर नहीं हुंदा उन्हां प्रति मेरी जिहड़ी भावना हैगी है हमदर्दी दी हैगी है। यस, स्ट्रोंगली अग्री। आई पैनिक ईजिली इन एनी डिफिकल्ट सिचुएशन, जेकर कोई मुश्किल स्थिति आ जाए तो मैं आसानी नाल घबरा जांदी हां, बिल्कुल भी नहीं, मैं नहीं घबरांदी, मैं छेती दिल नहीं छोटा करती। From the above sentences, every child shall understand some aspects of his her personality through self-reflection। ਇਹ ਜਿਹੜੀ ਆਪਾਂ ਜਵਾਬ ਦਿੱਤੇ ਨੇ ਇਹਨਾਂ ਰਾਹੀਂ ਹਰ ਬੱਚੇ ਨੂੰ ਆਪਣੇ ਉੱਤੇ ਪਤਾ ਲੱਗ ਜੂਗਾ ਵੀ ਉਹਨਾਂ ਦੀ ਸ਼ਖਸੀਅਤ ਕਿਹੀ ਜੀ ਹੈਗੀ ਹੈ, ਉਹਦੇ ਕੀ ਪਹਿਲੂ ਹੈਗੇ ਨੇ। ਜਿਵੇਂ ਜਿਵੇਂ ਤੁਸੀਂ ਜਵਾਬ ਦੋਗੇ ਤੁਹਾਨੂੰ ਪਤਾ ਲੱਗਦਾ ਰਹੇਗਾ। डिस्कवर योरसेल्फ फॉर इनसाइट, अपने आप नू खोज करन दी कोशिश करो, जानन दी कोशिश करो। अगली एक्टिविटी यही है। इन दिस क्लासरूम एक्टिविटी all the students of the class will take a plain sheet of paper। इस गतिविधि विच ना बच्चे सारे जिहड़े हैगे ने जमात दे ਉਹ एक खाली शीट लैणगे, plain sheet लैणगे पेपर दी, and write their replies to the following questions। ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਸ਼ੀਟ ਤੇ ਲਿਖਣਗੇ।
ਬਿਗਨਿੰਗ देयर सेंटेंस विद द फ्रेज अपना ਜਿਹੜਾ ਸੈਂਟੈਂਸ ਹੈ ਉਹ ਕਿਹਦੇ ਤੋਂ ਸ਼ੁਰੂ ਕਰਨਾ ਹੈ I am proud that ਮੈਨੂੰ ਗਰਵ ਹੈਗਾ ਕਿ ਇਹਦਾ ਜਵਾਬ ਦੇਣਾ ਹੈ ਤੁਸੀਂ ਇਸ ਸਵਾਲ ਦਾ ਇਸ ਰਾਹੀਂ What have you done for your parents in your life ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਮਾਪਿਆਂ ਲਈ ਕੀ ਕੀਤਾ ਜਿਹਦੇ ਕਰਕੇ ਤੁਹਾਨੂੰ ਆਪਣੇ ਆਪ ਤੇ ਗਰਵ ਹੈਗਾ ਤੇ ਮੈਂ ਇੱਥੇ ਆਨਸਰ ਦਿੱਤਾ ਹੈ I am proud that I spend quality time with my parents every day ਮੈਨੂੰ ਮਾਣ ਹੈ ਕਿ ਮੈਂ ਹਰ ਰੋਜ਼ ਆਪਣੇ ਮਾਪਿਆਂ ਨਾਲ ਵਧੀਆ ਸਮਾਂ ਬਿਤਾਉਂਦੀ ਹੈਗੀ ਆ ਉਹਨੂੰ ਟਾਈਮ ਦਿੰਦੀ ਆ ਉਹਨਾਂ ਨੂੰ ਦੂਜਾ What have you done for your brother sister in your life ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਭੈਣ ਭਰਾ ਲਈ ਕੀ ਕੀਤਾ ਹੈ ਸ਼ੁਰੂ ਇਹਦੇ ਨਾਲ ਹੀ ਕਰਨਾ ਹੈ ਦੇਖੋ ਇੱਥੇ ਮੈਂ ਇਹਦੇ ਨਾਲ ਨਹੀਂ ਸ਼ੁਰੂ ਕੀਤਾ ਇੱਥੇ ਵੀ ਨਹੀਂ ਕੀਤਾ ਤੁਸੀਂ ਇਦਾਂ ਨਾ ਕਰਿਓ I am proud that my brothers, sisters feel comfortable around me. ਉਹ ਮੇਰੇ ਆਲੇ ਦੁਆਲੇ ਉਹਨਾਂ ਨੂੰ ਵਧੀਆ ਲੱਗਦਾ ਹੈ ਆਰਾਮਦਾਇਕ ਲੱਗਦਾ ਹੈ and can always come to me whenever they are in need of help. ਜਦੋਂ ਵੀ ਉਹਨਾਂ ਨੂੰ ਲੋੜ ਦੀ ਮਦਦ ਹੁੰਦੀ ਹੈ ਆਰਾਮ ਨਾਲ ਮੇਰੇ ਕੋਲ ਆ ਸਕਦੇ ਨੇ ਬਿਨਾਂ ਝਿਜਕੇ ਅਗਲਾ what have you done for your grandparents in your life ਤੁਸੀਂ ਆਪਣੇ ਨਾਨਾ ਨਾਨੀ ਦਾਦਾ ਦਾਦੀ ਲਈ ਕੀ ਕੀਤਾ ਹੈ ਜ਼ਿੰਦਗੀ ਵਿੱਚ I am proud that I have never ਇਹਦਾ ਆਨਸਰ ਹੈ I am proud that I have never disrespected my elders ਮੈਂ ਕਦੇ ਉਹਨਾਂ ਦਾ ਨਿਰਾਦਰ ਨਹੀਂ ਕੀਤਾ ਉਹਨਾਂ ਨੂੰ disrespect ਨਹੀਂ ਕੀਤਾ ਹਮੇਸ਼ਾ ਉਹਨਾਂ ਦਾ ਕਹਿਣਾ ਮੰਨਦੀ ਹਾਂ including my grandparents ਵੱਡੇ ਜਿੰਨੇ ਵੀ ਨੇ ਮੇਰੇ grandparents ਨੂੰ ਮਿਲਾ ਕੇ ਨਾਨਾ ਨਾਨੀ ਦਾਦਾ ਦਾਦੀ ਨੂੰ ਮਿਲਾ ਕੇ and I always take their advice seriously ਤੇ ਜੇ ਉਹ ਮੈਨੂੰ ਕੋਈ ਸੁਝਾਅ ਦਿੰਦੇ ਨੇ ਤਾਂ ਮੈਂ ਉਹਨੂੰ ਮੰਨਦਾ ਫੋਲੋ ਕਰਦਾ What have you done for your relatives in your life ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਰਿਸ਼ਤੇਦਾਰਾਂ ਲਈ ਕੀ ਕੀਤਾ ਹੈ I always respect my relatives whenever they visit us ਜਦ ਵੀ ਉਹ ਸਾਨੂੰ ਮਿਲਣ ਆਉਂਦੇ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਔਰ whenever we visit them ਜਾਂ ਅਸੀਂ ਉਹਨਾਂ ਨੂੰ ਮਿਲਣ ਜਾਂਦੇ ਹਾਂ and we share a very sacred bond ਤੇ ਅਸੀਂ ਜਿਹੜਾ ਰਿਸ਼ਤਾ ਹੈਗਾ ਉਹ ਸਾਡਾ ਬਹੁਤ ਪਿਆਰ ਸਾਂਝ ਮੇਲ ਵਾਲਾ ਰਿਸ਼ਤਾ ਹੈਗਾ ਅਗਲਾ What have you done for your best friend in your life? ਤੁਸੀਂ ਆਪਣੇ ਪੱਕੇ ਦੋਸਤ ਲਈ ਕੀ ਕੀਤਾ ਹੈ I am proud that I have always been there for my best friend whenever he was in need of help or support. ਮੈਨੂੰ ਮਾਣ ਹੈਗਾ ਕਿ ਜਦੋਂ ਵੀ ਮੇਰੇ ਦੋਸਤ ਨੂੰ ਮਦਦ ਦੀ ਲੋੜ ਸੀ ਜ਼ਰੂਰਤ ਸੀ ਮੈਂ ਹਮੇਸ਼ਾ ਉਦੋਂ ਉਹਦੇ ਕੋਲ ਸੀ What have you done for your neighbor in your life? ਤੁਸੀਂ ਆਪਣੇ ਗੁਆਂਢੀ ਲਈ ਕੀ ਕੀਤਾ ਆਪਣੀ ਜ਼ਿੰਦਗੀ 'ਚ Once my neighbor's dog ran away and I am proud that I could be of help to them to find that dog and bring him home again. ਇੱਕ ਵਾਰ ਦੀ ਗੱਲ ਹੈਗੀ ਹੈ ਵੀ ਸਾਡੇ ਗੁਆਂਢ 'ਚ ਜਿਹੜਾ ਕੁੱਤਾ ਸੀ ਉਹ ਭੱਜ ਗਿਆ ਸੀ ਸਾਡੇ ਗੁਆਂਢੀਆਂ ਦਾ ਤੇ ਮੈਂ ਉਹਨਾਂ ਦੀ ਮਦਦ ਕੀਤੀ ਉਹਨੂੰ ਵਾਪਸ ਲਿਆਉਣ ਲਈ ਅਗਲਾ what have you done for your school in your life ਆਪਣੇ ਸਕੂਲ ਲਈ ਤੁਸੀਂ ਕੀ ਕੀਤਾ I'm proud that I always take care of the school property and never litter here and there ਕਦੇ ਵੀ ਇੱਧਰ ਉੱਧਰ ਗੰਦ ਨਹੀਂ ਪਾਉਂਦਾ ਤੇ ਹਮੇਸ਼ਾ ਜਿਹੜੀ ਪ੍ਰਾਪਰਟੀ ਹੈਗੀ ਹੈ ਸਕੂਲ ਦੀ ਉਹਨੂੰ ਖਰਾਬ ਨਹੀਂ ਕਰਦਾ ਉਹਦੀ ਦੇਖਭਾਲ ਕਰਦਾ What have you done for your village in your life ਤੁਸੀਂ ਆਪਣੇ ਪਿੰਡ ਲਈ ਕੀ ਕੀਤਾ ਆਪਣੀ ਜ਼ਿੰਦਗੀ 'ਚ There are many inter-village competitions that take place. बहुत सारे पिंडां विच competition हुंदे रहंदे ने and many fairs that are organized at village level. ते village दे level ते बहुत सारे fairs भी लगदे ने मेले भी लगदे ने I always participate in them. मैं हमेशा उन्हां च हिस्सा लैंदा and make sure that I make my village proud. ते पिंड दा नां रोशन करां ਇਹ ਜਿਹਾ ਤਾਂ ਮੈਂ ਬਹੁਤ ਕੋਸ਼ਿਸ਼ ਵੀ ਕਰਦਾ What have you done for humanity in your life? ਤੁਸੀਂ ਇਨਸਾਨੀਅਤ ਲਈ ਕੀ ਕੀਤਾ ਆਪਣੀ ਜ਼ਿੰਦਗੀ 'ਚ I am proud that whenever I get time, I volunteer for charity and make donations. ਮੈਨੂੰ ਮਾਣ ਹੈ ਕਿ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਮੈਂ ਚੈਰਿਟੀ ਕਰਦਾ ਕੁਝ ਸਹਿਯੋਗ ਦਿੰਦਾ ਸਮਾਜ ਦੇ ਵਿੱਚ ਜਾਂ ਦਿੰਨੀ ਆ ਤੇ ਨਾਲ ਦੀ ਨਾਲ ਡੋਨੇਸ਼ਨ ਜਿਵੇਂ ਆਪਾਂ ਕਹਿੰਦੇ ਆ ਭੇਟ ਦੇਣਾ ਕੁਝ ਉਹ ਵੀ ਦਿੰਨਾ with an objective to improve their personality ਹੁਣ ਉਦੇਸ਼ ਇਹ ਹੈਗਾ ਵੀ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਹੈਗੀ ਹੈ ਉਹਨੂੰ ਆਪਾਂ ਇੰਪਰੂਵ ਕਰਨਾ ਹੈ the teacher shall guide the students based on their reply ਜਿਹੜੇ ਬੱਚੇ ਜਵਾਬ ਦੇਣਗੇ ਜਿਵੇਂ ਦੇ ਜਵਾਬ ਦੇਣਗੇ ਟੀਚਰ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਵੀ ਐਵੇਂ ਨਹੀਂ ਐਵੇਂ ਵੀ ਹੋ ਸਕਦਾ
The teacher shall give them a home assignment to write 10 lines on I love what कि तुसी किस चीज नू प्यार करदे हो. I love to spend time with my parents, I love to help my friends. यही गल्लां तुसी I love नाल कर सकदे हो. ये तुहाडा होमवर्क हैगा जो टीचर थानू देणगे. अगे एक होर एक्टिविटी दित्ती हुई है. All the students will sit in pairs such that the boys pair with boys and girls pair with girls. ਹੁਣ ਕਲਾਸ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਹੈਗੇ ਨੇ ਉਹ ਜੋੜਿਆਂ ਵਿੱਚ ਬੈਠਣਗੇ. ਕਿਵੇਂ? ਜਿਵੇਂ ਮੁੰਡੇ ਮੁੰਡੇ ਦਾ ਜੋੜਾ ਹੋ ਗਿਆ, ਕੁੜੀਆਂ ਕੁੜੀਆਂ ਨਾਲ ਜੋੜੇ ਬਣਾਉਣਗੀਆਂ. The last group shall accommodate anyone left out in case of odd number of students in the class. ਮੰਨ ਲਓ ਕਲਾਸ ਦੇ ਵਿੱਚ 5 ਬੱਚੇ ਨੇ, 1 2 ਇਹ ਜੋੜਾ ਬਣ ਗਿਆ, 3 4 ਇਹ ਜੋੜਾ ਬਣ ਗਿਆ. ਹੁਣ ਇੱਕ ਬੱਚਾ ਕੱਲਾ ਰਹਿ ਗਿਆ, ਇਹ ਔਡ ਨੰਬਰ ਹੈ, ਤਾਂ ਇਹ ਜਿਹੜਾ ਅਖੀਰਲਾ ਬੱਚਾ ਰਹਿ ਗਿਆ ਉਹ ਲਾਸਟ ਗਰੁੱਪ ਦੇ ਵਿੱਚ ਐਡ ਹੋ ਜਾਊਗਾ. Each pair of students will take a plain sheet of paper. ਹੁਣ ਇਹ ਜਿਹੜਾ ਪੇਅਰ ਹੈ ਇਹਦੇ ਕੋਲ ਵੀ ਇੱਕ ਸ਼ੀਟ ਹੋਏਗੀ. ਉਵੇਂ ਹੀ ਇਹ ਜਿਹੜਾ ਪੇਅਰ ਹੈਗਾ, ਮੰਨ ਲਓ ਅਖੀਰਲੇ ਪੇਅਰ ਦੇ ਵਿੱਚ 3 ਬੱਚੇ ਨੇ, ਇਹਨਾਂ ਕੋਲ ਵੀ ਆਪਣੀ ਇੱਕ ਸ਼ੀਟ ਹੋਏਗੀ. And write 5 similarities and 5 differences that they identify between them in 20 minutes. ਹੁਣੇ ਆਪਸ ਦੇ ਵਿੱਚ ਗੱਲ ਕਰਕੇ 20 ਮਿੰਟਾਂ ਦੇ ਵਿੱਚ ਉਹਨਾਂ ਨੇ ਵਿਚਾਰ ਕਰਕੇ ਇਹ ਲਿਖਣਾ ਹੈ ਵੀ ਉਹਨਾਂ ਵਿੱਚ 5 ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਮਾਨਤਾਵਾਂ ਨੇ, ਮਤਲਬ ਜਿਹੜੀਆਂ ਮਿਲਦੀਆਂ ਜੁਲਦੀਆਂ ਚੀਜ਼ਾਂ ਨੇ, ਤੇ 5 ਜਿਹੜੇ ਵੱਖ-ਵੱਖ ਚੀਜ਼ਾਂ ਨੇ, ਡਿਫਰੈਂਸਸ ਨੇ. The students can exchange their views with their partners. ਤੇ ਆਪ ਲਿਖ ਕੇ ਉਹ ਆਪਣੇ ਪਾਰਟਨਰ ਨੂੰ ਦੱਸ ਸਕਦੇ ਨੇ ਵੀ ਹੁਣ ਤੂੰ ਵੀ ਲਿਖ ਵੀ ਸਾਡੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸੇਮ ਹੈਗੀਆਂ ਨੇ ਤੇ ਕਿਹੜੇ ਵੱਖ-ਵੱਖ ਚੀਜ਼ਾਂ ਨੇ. The students can exchange their views with their partners. ਉਹ ਆਪਾਂ ਕਰ ਲਿਆ. Everyone should speak and listen with due respect. ਉਸ ਤੋਂ ਬਾਅਦ ਇਹ ਕਲਾਸ ਦੇ ਵਿੱਚ ਤੁਸੀਂ ਬੋਲਣਾ ਹੈ ਤੇ ਜਦ ਕੋਈ ਬੋਲ ਰਿਹਾ ਹੋਏਗਾ ਤੁਸੀਂ ਆਰਾਮ ਨਾਲ ਸੁਣੋਗੇ ਤੇ ਜਦ ਤੁਸੀਂ ਬੋਲੋਗੇ ਤਾਂ ਬਾਕੀ ਸਾਰੇ ਸੁਣਨਗੇ. ਹੁਣ ਇੱਥੇ ਜਿਵੇਂ ਮੈਂ ਸਿਮਿਲੈਰਿਟੀਜ਼ ਤੇ ਡਿਫਰੈਂਸਸ ਲਿਖੇ ਨੇ, ਸਿਮਿਲੈਰਿਟੀਜ਼ ਮੈਂ ਲਿਖੀਆਂ ਨੇ ਵੀ all have a great sense of humor, ਵੀ ਅਸੀਂ ਸਾਰੇ ਬਹੁਤ ਮਜ਼ਾਕੀਆ ਹੈਗੇ ਨੇ. We have pure admiration for each other. ਸਾਡਾ ਜਿਹੜਾ ਇੱਕ ਦੂਜੇ ਪ੍ਰਤੀ ਜਿਹੜਾ ਪਿਆਰ ਹੈਗਾ ਉਹ ਬਹੁਤ ਸਾਫ਼ ਸੁੱਚਾ ਪਿਆਰ ਹੈਗਾ. We all like adventure. ਸਾਨੂੰ ਸਾਰਿਆਂ ਨੂੰ ਵਧੀਆ ਜਿਵੇਂ ਕਹਿੰਦੇ ਆ ਕੋਈ ਕੰਮ ਕਰਨਾ ਪਸੰਦ ਹੈਗਾ ਜੋ ਵੱਖਰਾ ਜਿਹਾ ਹੋਏ. Most of our favorite movies and TV shows are the same. ਜਿਹੜੇ ਅਸੀਂ TV ਦੇਖਦੇ ਨੇ ਸ਼ੋਜ਼ ਜਾਂ ਮੂਵੀਜ਼ ਦੇਖਦੇ ਨੇ ਉਹ ਜ਼ਿਆਦਾਤਰ ਇੱਕੋ ਤਰੀਕੇ ਦੀਆਂ ਸਾਨੂੰ ਪਸੰਦ ਹੈਗੀਆਂ ਨੇ. ਅਗਲਾ ਲਾਸਟ ਹੈਗਾ we all share our secrets with each other. ਅਸੀਂ ਇੱਕ ਦੂਜੇ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸ਼ੇਅਰ ਕਰ ਲੈਂਦੇ ਹਾਂ. ਹੁਣ ਡਿਫਰੈਂਸਸ ਕਿਹੜੇ ਨੇ? ਅਲੱਗ-ਅਲੱਗ ਗੱਲਾਂ ਜਿਹੜੀਆਂ ਸਾਨੂੰ ਵੱਖਰਾ ਬਣਾਉਂਦੀਆਂ ਨੇ. We like to travel to different destinations. ਸਾਨੂੰ ਅਲੱਗ-ਅਲੱਗ ਥਾਵਾਂ ਤੇ ਜਾਣਾ ਪਸੰਦ ਹੈ. ਕਿਸੇ ਨੂੰ ਬੀਚ ਪਸੰਦ ਨੇ, ਕਿਸੇ ਨੂੰ ਪਾਰਕ ਪਸੰਦ ਹੈ, ਕਿਸੇ ਨੂੰ ਪਹਾੜ ਪਸੰਦ ਨੇ. We have different taste buds. ਜੇ ਖਾਣ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਖੱਟਾ ਪਸੰਦ ਹੈ, ਕਿਸੇ ਨੂੰ ਮਿੱਠਾ, ਕਿਸੇ ਨੂੰ ਚਟਪਟਾ. We like to watch different TV shows and movies. ਸਾਨੂੰ ਜਿਹੜੇ TV shows ਹੈਗੇ ਨੇ ਜਾਂ movies ਹੈਗੀਆਂ ਨੇ ਉਹ ਵੀ ਵੱਖ-ਵੱਖ ਪਸੰਦ ਨੇ. Musical preferences also differ. Music ਕਿਹੋ ਜਿਹਾ ਪਸੰਦ ਹੈ, ਕਿਸੇ ਨੂੰ ਉੱਚਾ ਪਸੰਦ ਹੈ, ਪੌਪ ਪਸੰਦ ਹੈ, ਕਿਸੇ ਨੂੰ ਕਿਸੇ ਤਰੀਕੇ ਦਾ ਮਿਊਜ਼ਿਕ ਪਸੰਦ ਹੈ, ਉਹ ਵੀ ਵੱਖਰੀ ਚੋਇਸ ਹੈਗੀ ਹੈ. Some of us are more extrovert and some are introvert. Extrovert ਯਾਨੀ ਕੁਝ ਸਾਡੇ ਵਿੱਚੋਂ ਹੈਗੇ ਨੇ ਜੋ ਛੇਤੀ ਘੁਲ ਮਿਲ ਜਾਂਦੇ ਨੇ ਨਵੇਂ ਬੰਦੇ ਦੇ ਨਾਲ, ਉਵੇਂ ਲੋਕਾਂ ਨਾਲ, ਤੇ ਕੁਝ introvert ਨੇ ਜਿਹੜੇ ਘੁਲ ਮਿਲਦੇ ਨਹੀਂ, ਆਪਣੇ ਵਿੱਚ ਹੀ ਰਹਿੰਦੇ ਨੇ. Most of us have different hobbies. ਸਾਡੇ ਸ਼ੌਕ ਵੀ ਵੱਖ-ਵੱਖ ਨੇ. We are experts on different subjects. ਵੀ ਕਿਸੇ ਨੂੰ ਮੈਥਸ ਪਸੰਦ ਹੈ, ਕਿਸੇ ਨੂੰ ਆਰਟਸ ਪਸੰਦ ਹੈ, ਕਿਸੇ ਨੂੰ ਕੋਈ ਚੀਜ਼ ਪਸੰਦ ਹੈ, ਮਤਲਬ ਵੱਖਰਾ ਜਿਹਾ ਟੇਸਟ ਹੈਗਾ ਪੜ੍ਹਾਈ 'ਚ ਵੀ. The activity aims at encouraging students to learn as following. ਹੁਣ ਇਹ ਜਿਹੜੀ ਗਤੀਵਿਧੀ ਹੈ ਇਹਦਾ ਉਦੇਸ਼ ਇਹ ਹੈਗਾ ਵੀ ਵਿਦਿਆਰਥੀਆਂ ਨੂੰ ਹੇਠ ਲਿਖੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਲਈ ਉਤਸ਼ਾਹਿਤ ਕਰਨਾ, ਉਹ ਸਿੱਖਣ. Number 1, to show respect to the fellow students. ਜਿਹੜੇ ਆਪਣੇ ਨਾਲ ਦੇ ਹੈਗੇ ਨੇ ਉਹਨਾਂ ਲਈ ਆਦਰ ਦਿਖਾਉਣਾ. ਸਭ ਚੀਜ਼ਾਂ ਸਾਰਿਆਂ ਦੀ ਸੇਮ ਥੋੜੀਆਂ ਹੁੰਦੀਆਂ ਨੇ, ਅਲੱਗ-ਅਲੱਗ ਟੇਸਟ ਹੈਗੇ ਨੇ. Second, to understand their similarities and dissimilarities. ਉਹਨਾਂ ਦੀਆਂ ਜਿਹੜੀਆਂ ਸੇਮ ਗੱਲਾਂ ਨੇ ਉਹਨਾਂ ਨੂੰ ਸਮਝਣਾ, ਜਿਹੜੀਆਂ ਵੱਖ ਚੀਜ਼ਾਂ ਨੇ ਉਹਨਾਂ ਨੂੰ ਵੀ ਸਮਝ ਕੇ ਸਤਿਕਾਰ ਕਰਨਾ. To think before asking questions to their
पार्टनर यानी कोई भी सवाल पूछण तो पहला अपने दिमाग च उहदे बारे सोचना भी किसी नूं बुरा तां नहीं लगूगा। फोर्थ, टू शेयर पर्सनल इन्फॉर्मेशन एंड एक्सपीरियंसिस, भी अपनी जिहड़ी निजी जानकारी है अनुभव हैगे ने उन्हां नूं साझा करना। जिवें तुसीं दस्सिया मेरी वख-वख हॉबी हैगी है, किसी नूं म्यूजिक दा वख-वख टेस्ट हैगा, तां ओह सारियां गल्लां। The activity can be repeated after increasing the number of students in each group. For example, from 2 to 3 to 4. ਹੁਣ ਇਹ ਗਤੀਵਿਧੀ ਆਪਾਂ ਦੁਬਾਰਾ ਰਿਪੀਟ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹਾਂ? ਪਹਿਲਾਂ ਤਾਂ ਗਰੁੱਪ ਦੇ ਵਿੱਚ 2-2 ਬੰਦੇ ਸੀ, ਹੁਣ ਤੁਸੀਂ 3-3 ਬੰਦੇ ਕਰ ਸਕਦੇ ਹੋ ਐਡਜਸਟ, ਫਿਰ ਤੁਸੀਂ 4-4 ਕਰਕੇ ਗਰੁੱਪ ਬਣਾ ਸਕਦੇ ਹੋ। The teacher needs to act smartly and build upon and create awareness among the students about the need to accept the similarities and differences existing among them through unity in diversity concept। ਹੁਣ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਹੁਸ਼ਿਆਰ ਬਣ ਕੇ ਇਹ ਸਮਝਾਉਣਾ ਹੈ ਤੁਹਾਨੂੰ ਸਾਰਿਆਂ ਨੂੰ ਇਹ ਕਨਸੈਪਟ ਯੂਨਿਟੀ ਇਨ ਡਾਇਵਰਸਿਟੀ। ਅਸੀਂ ਸਾਰੇ ਵੱਖ-ਵੱਖ ਹੈਗੇ ਨੇ, ਭਾਰਤ ਵਿੱਚ ਵੀ ਸਾਰੇ ਵੱਖ-ਵੱਖ ਧਰਮਾਂ ਦੇ, ਜਾਤ ਦੇ, ਅਲੱਗ-ਅਲੱਗ ਕਿਸਮਾਂ ਦੇ ਲੋਕ ਹੈਗੇ ਨੇ, ਪਰ ਅਸੀਂ ਸਾਰੇ ਇੱਕ ਹੈਗੇ ਆ। ਇਨਸਾਨੀਅਤ ਤਾਂ ਸਾਨੂੰ ਸਾਰਿਆਂ ਨੂੰ ਇੱਕ ਹੀ ਧਾਗੇ 'ਚ ਪਰੋਂਦੀ ਹੈ ਕਿ ਨਹੀਂ? ਤਾਂ ਬੇਸ਼ੱਕ ਸਾਡੀ ਜਿਹੜੀ ਸਿਮਿਲੈਰਿਟੀਜ਼ ਐਂਡ ਡਿਫਰੈਂਸਿਸ ਹੋਣ, ਪਰ ਹੈਗੇ ਸਾਰੇ ਇੱਕੋ ਰੱਬ ਦੇ ਬੰਦੇ। The students can share their experiences with the whole class as asked by the teacher। ਤੇ ਉਸ ਤੋਂ ਬਾਅਦ ਜਦ ਅਧਿਆਪਕ ਪੁੱਛਣ ਵੀ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ, ਤਾਂ ਬੱਚੇ ਜਿਹੜੇ ਨੇ ਉਹ ਆਪਣੀ ਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਬੱਚਿਆਂ ਸਾਹਮਣੇ ਦਰਸਾਉਣਗੇ, ਦੱਸਣਗੇ ਵੀ ਮੈਨੂੰ ਕਿਹੋ ਜਿਹਾ ਲੱਗਿਆ, ਕੀ ਸਮਝ ਆਇਆ। ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ। In this activity, the students will assume that some event like sports meet, annual function, feat is being organized in the school। ਹੁਣ ਇਸ ਗਤੀਵਿਧੀ ਦੇ ਵਿੱਚ ਬੱਚੇ ਇਸ assume ਕਰਨਗੇ, ਮੰਨਣਗੇ ਵੀ ਸਮਝ ਲਓ ਤੁਹਾਡੇ ਸਕੂਲ ਦੇ ਵਿੱਚ ਕੋਈ ਇਵੈਂਟ ਹੋ ਰਿਹਾ ਹੈ, ਸਪੋਰਟਸ ਦੀ ਮੀਟ ਹੋ ਰਹੀ ਹੈ, ਯਾਨੀ ਸਪੋਰਟਸ ਮੀਟਿੰਗ ਹੋ ਰਹੀ ਹੈ, ਐਨੂਅਲ ਫੰਕਸ਼ਨ ਹੋ ਰਿਹਾ ਹੈ, ਕੁਝ ਵੀ ਆਰਗੇਨਾਈਜ਼ ਹੋ ਰਿਹਾ ਸਕੂਲ ਦੇ ਵਿੱਚ। ਐਵਰੀ ਸਟੂਡੈਂਟ ਵਿਲ ਪਰਫਾਰਮ ਅ ਰੋਲ ਇਨ ਦਿਸ ਐਕਟੀਵਿਟੀ। ਤੇ ਹਰ ਵਿਦਿਆਰਥੀ ਇਸ ਗਤੀਵਿਧੀ ਵਿੱਚ ਇੱਕ ਭੂਮਿਕਾ ਨਿਭਾਊਗਾ। ਹੋ ਸਕਦਾ ਹੈ ਕੋਈ ਐਂਕਰਿੰਗ ਕਰੇ, ਕੋਈ ਖੇਡ ਦੇ ਵਿੱਚ ਹਿੱਸਾ ਲਏ, ਕੋਈ ਮੋਨੀਟਰ ਕਰੇ, ਕੋਈ ਚਾਰਟਸ ਤਿਆਰ ਕਰੇ, ਕੋਈ ਸਲੋਗਨਸ ਤਿਆਰ ਕਰੇ, ਕੋਈ ਚੀਫ ਗੈਸਟ ਨੂੰ ਬੁਲਾਏ, ਕੋਈ ਟੀਚਰਾਂ ਤੋਂ ਮਦਦ ਲਏ। The subject of the program event shall be decided by the teacher as per the convenience of the class। ਹੁਣ ਪ੍ਰੋਗਰਾਮ ਕੀ ਉਹ ਟੀਚਰ ਦੱਸਣਗੇ ਵੀ ਮੰਨ ਲਓ ਇਹ ਪ੍ਰੋਗਰਾਮ ਹੋ ਰਿਹਾ ਸਕੂਲ ਦੇ ਵਿੱਚ, ਤੁਸੀਂ ਮੰਨਣਾ ਹੀ ਹੈ ਜਿਵੇਂ ਬੱਚੇ ਸਾਰੇ ਕਹਿਣਗੇ ਉਹ ਸਮਝ ਕੇ ਟੀਚਰ ਦੱਸ ਦੇਣਗੇ ਤੁਹਾਨੂੰ। The event can involve some classes or even the whole school। ਹੁਣ ਇਸ ਕਾਰਜਕ੍ਰਮ ਦੇ ਵਿੱਚ ਹੋ ਸਕਦਾ ਹੈ ਭਾਗ ਲੈਣ ਵਾਲੇ ਸਾਰੇ ਸਕੂਲ ਦੇ ਬੱਚੇ ਹੋਣ ਜਾਂ ਦੂਜੀ ਕਲਾਸਾਂ ਦੇ ਬੱਚੇ ਹੋਣ। At the end of the event, ਜਦ ਇਵੈਂਟ ਖਤਮ ਹੋ ਜਾਊਗਾ, ਜਦ ਇਹ ਕਾਰਜਕ੍ਰਮ ਖਤਮ ਹੋ ਜਾਊਗਾ, the teacher will thank all the students for their wonderful performance। ਅਧਿਆਪਕ ਜਿਹੜੇ ਹੈਗੇ ਨੇ ਉਹ ਬੱਚਿਆਂ ਦਾ ਧੰਨਵਾਦ ਕਰਨਗੇ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ। Thereafter asking them to go home happily। ਤੇ ਉਸ ਤੋਂ ਬਾਅਦ ਕਹਿਣਗੇ ਵੀ ਹੁਣ ਤੁਸੀਂ ਖੁਸ਼ੀ-ਖੁਸ਼ੀ ਘਰੇ ਜਾ ਸਕਦੇ ਹੋ। And write a paragraph using the following points। ਤੇ ਇਹ ਸਾਰੇ ਜਿਹੜੇ ਪੁਆਇੰਟਸ ਨੇ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਇੱਕ ਪੈਰਾਗ੍ਰਾਫ ਲਿਖਣਾ ਹੈ, ਪਰ ਉਹਦੀ ਹੈਲਪ ਮੈਂ ਤੁਹਾਡੀ ਕਰ ਦਿੰਦੀ ਹੈ ਕਿਉਂਕਿ ਮੈਂ ਇਹਦੇ ਆਨਸਰ ਦੇ ਦਿੱਤੇ ਨੇ। ਸਭ ਤੋਂ ਪਹਿਲਾਂ ਹੈਗਾ what was the event। ਵੀ ਇਵੈਂਟ ਕੀ ਸੀ? It was our school's annual function। ਮੈਂ ਇਹ ਕਿਹਾ ਵੀ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਸੀ। How did you prepare for the event? ਤੁਸੀਂ ਸਮਾਗਮ ਦੀ ਤਿਆਰੀ ਕਿਵੇਂ ਕੀਤੀ? We worked collectively। ਅਸੀਂ ਸਾਰਿਆਂ ਨੇ ਇਕੱਠੇ ਕੰਮ ਕੀਤਾ। Made committees, ਕਮੇਟੀਆਂ ਬਣਾਈਆਂ। Planned things, ਚੀਜ਼ਾਂ ਬਾਰੇ ਯੋਜਨਾਵਾਂ ਬਣਾਈਆਂ। And gave every person some task। ਤੇ ਹਰ ਬੱਚੇ ਨੂੰ ਕੁਝ ਨਾ ਕੁਝ ਕੰਮ ਕਰਨ ਦੇ ਲਈ ਜ਼ਰੂਰ ਦਿੱਤਾ। What new skills did you learn? ਤੁਸੀਂ ਕਿਹੜੇ-ਕਿਹੜੇ ਨਵੇਂ ਸਕਿੱਲਸ ਸਿੱਖੇ, ਨਵੀਆਂ-ਨਵੀਆਂ ਚੀਜ਼ਾਂ ਸਿੱਖੀਆਂ ਇਸ ਕਾਰਜਕ੍ਰਮ ਰਾਹੀਂ। Teamwork helped us become active listeners and effective speakers। ਕਿਉਂਕਿ ਅਸੀਂ ਸਾਰਿਆਂ ਨੇ ਇਕੱਠੇ ਕੰਮ ਕੀਤਾ ਤਾਂ ਇੱਕ ਦੂਜੇ ਦੀ ਗੱਲ ਸੁਣਨਾ, ਆਪਣੀ ਗੱਲ ਕਹਿਣਾ, ਇਹ ਸਿੱਖਿਆ ਆਪਾਂ। It helped us plan and manage the time well। ਫਿਰ ਸਮਾਂ ਕਿਵੇਂ ਉਹਨੂੰ ਮੈਨੇਜ ਕਰਨਾ ਹੈ, ਸਾਰੀਆਂ ਚੀਜ਼ਾਂ ਨੂੰ ਹਿਸਾਬ ਰੱਖਣਾ ਹੈ, ਉਹ ਵੀ ਅਸੀਂ ਸਿੱਖਿਆ। With active discussion
we manage to take care of difficult challenges, क्योंकि ਅਸੀਂ ਸਾਰੇ डिस्कस करके काम करते सी, इसे करके ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਦਾ ਵੀ ਅਸੀਂ ਆਸਾਨੀ ਨਾਲ ਸਾਹਮਣਾ ਕੀਤਾ। Fourth, who help you during the preparation, ਇਹਦੀ ਤਿਆਰੀ ਕਰਨ ਚ ਤੁਹਾਡੀ ਕਿਹਨੇ ਮਦਦ ਕੀਤੀ? ਤੇਰਾ ਆਨਸਰ ਆ ਗਿਆ our teachers, friends and other staff at the school helped us during the preparation। ਤਿਆਰੀ ਦੇ ਵਿੱਚ ਸਾਡੇ ਅਧਿਆਪਕ, ਸਾਡੇ ਦੋਸਤ, ਬਾਕੀ ਸਕੂਲ ਦਾ ਜਿਹੜਾ ਸਟਾਫ ਸੀ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਮਦਦ ਕੀਤੀ। How did you feel while performing your assigned role? ਆਪਣਾ ਕੰਮ ਕਰਦੇ ਹੋਏ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ? I loved my assigned role। ਮੈਨੂੰ ਪਿਆਰ ਸੀ, ਮਤਲਬ ਬਹੁਤ ਪਸੰਦ ਆ ਰਿਹਾ ਸੀ ਜੋ ਕੰਮ ਦਿੱਤਾ ਹੋਇਆ ਸੀ ਮੈਨੂੰ। Had a great experience, ਵਧੀਆ ਅਨੁਭਵ ਹੋਇਆ and learned a lot of new things, ਬਹੁਤ ਸਾਰੀਆਂ ਨਵੀਆਂ ਗੱਲਾਂ ਮੈਂ ਸਿੱਖੀਆਂ। Sixth, what would you like to celebrate next in a similar manner? ਇਸੇ ਤਰੀਕੇ ਨਾਲ ਤੁਸੀਂ ਅਗਲੀ ਵਾਰ ਕੀ ਸੈਲੀਬ੍ਰੇਟ ਕਰਨਾ ਚਾਹੋਗੇ? I would like to celebrate all the fairs, ਜਿੰਨੇ ਵੀ ਮੇਲੇ ਮੂਲੇ ਲੱਗਦੇ ਨੇ ਪਿੰਡ ਦੇ ਵਿੱਚ, ਉਹ ਸਕੂਲ 'ਚ ਮਨਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ। festivals and functions ਜਿੰਨੇ ਵੀ ਹੁੰਦੇ ਨੇ, sports meet, annual function, together with my friends and learn other new skills। ਇਹ ਸਾਰੀਆਂ ਚੀਜ਼ਾਂ ਆਪਣੇ ਦੋਸਤਾਂ ਨਾਲ ਮਨਾਵਾਂਗੇ ਤੇ ਨਵੀਆਂ ਚੀਜ਼ਾਂ ਸਿੱਖਾਂਗੇ। Based on this, the teacher will evaluate the development in personality of each student। ਹੁਣ ਇਸ ਦੇ ਆਧਾਰ ਤੇ ਜਿਹੜੇ ਅਧਿਆਪਕ ਨੇ ਉਹ ਹਿਸਾਬ ਲਾਣਗੇ ਵੀ ਹਰੇਕ ਬੱਚੇ ਦੀ ਜਿਹੜੀ ਪਰਸਨੈਲਿਟੀ ਹੈਗੀ ਉਹਦੇ 'ਚ ਕਿੰਨਾ ਸੁਧਾਰ ਆਇਆ। ਕੀਪਿੰਗ ਇਨ ਮਾਈਂਡ ਦ ਗੇਨ ਇਨ ਕਮਿਊਨੀਕੇਸ਼ਨ ਸਕਿੱਲਸ, ਧਿਆਨ 'ਚ ਰੱਖਣਾ ਵੀ ਉਹ ਕਿਵੇਂ ਗੱਲਬਾਤ ਕਰਦੇ ਨੇ, ਉਹਨਾਂ ਵਿੱਚ ਕੋਈ ਇੰਪਰੂਵਮੈਂਟ ਹੋਈ। ਸੈਲਫ ਕੌਨਫੀਡੈਂਸ, ਸੈਲਫ ਅਸਟੀਮ, ਕਿ ਉਹਨਾਂ ਨੂੰ ਆਤਮ ਵਿਸ਼ਵਾਸ ਆਇਆ, ਸਵੈ ਮਾਣ ਆਇਆ। सेंस ऑफ रिस्पॉन्सिबिलिटी, जिम्मेदारी की भावना आई। पॉजिटिव एटीट्यूड आया, भी वधिया सोचन एंड कोऑपरेशन, सहयोग करके चलन। इन दिस वे अ स्टूडेंट आफ्टर अंडरस्टैंडिंग हिज हर पर्सनैलिटी ट्रेट, ते इस तरीके दे नाल हरेक विद्यार्थी अपनी शख्सियत के गुण नूं समझण तो बाद can strive for improvement in his her personality by developing and polishing it। ਉਹ ਆਪਣੀ ਸ਼ਖਸੀਅਤ ਦਾ ਵਿਕਾਸ ਕਰ ਸਕਦੇ ਨੇ, ਉਹਦੇ 'ਚ ਸੁਧਾਰ ਕਰ ਸਕਦੇ ਨੇ, ਉਹਦੇ 'ਚ ਬਦਲਾਵ ਲੈ ਕੇ ਆ ਸਕਦੇ ਨੇ ਤੇ ਇੱਕ ਵਧੀਆ ਇਨਸਾਨ ਵੀ ਬਣ ਸਕਦੇ ਨੇ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਾਰਟ 1 ਵਧੀਆ ਤਰੀਕੇ ਦੇ ਨਾਲ ਸਮਝ ਆ ਗਿਆ ਹੋਏਗਾ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਅਗਲੀ ਕਲਾਸ ਨੈਕਸਟ ਪਾਰਟ ਕਰਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।